वाहिगुरू जी की फतेह। सिख इतिहास बहुत अदुੱਤੀ कुर्बानियां, लासानी शहीदियां, योद्धियां ਦੀਆਂ ਗਾਥਾਵਾਂ ਤੇ गुरु ਦੀਆਂ ਬਖਸ਼ਿਸ਼ਾਂ ਦੇ ਨਾਲ ਭਰਿਆ ਪਿਆ ਹੈ। ਅਸੀਂ जिस इमारत के सामने खलोते हाँ, ये है दीवान टोडरमल जी की हवेली, फतेहगढ़ साहब की धरती ते स्थित। रणजीत नगारा जथेबंदी जो कि कैलीफोर्निया USA की एक नॉन प्रॉफिट संस्था है, गुरु साहिबान ते गुरु पातशाह के समकाली सिख शहीदा, योद्धियां, महाराजा, जरनैलों के नाल संबंधित स्थानां नूं ਸਾਂਭਣ ਦਾ बहुत ਨਵੇਕਲਾ ਜਿਹਾ ਉਪਰਾਲਾ ਕਰ ਰਹੀ ਹੈ। ਇਸ ਦੀਵਾਨ ਟੋਡਰਮਲ ਦੀ ਹਵੇਲੀ ਨੂੰ ਸਾਂਭਣ ਦੇ ਲਈ ਯਤਨਸ਼ੀਲ ਕਾਰਜ ਕਰਨਾ ਚਾਹੁੰਦੀ ਹੈ ਰਣਜੀਤ ਨਗਾਰਾ ਜਥੇਬੰਦੀ। ਪਰ ਉਸ ਤੋਂ ਪਹਿਲਾਂ ਅਸੀਂ ਇਸ ਜਥੇਬੰਦੀ ਦੇ ਨਾਲ ਤੁਹਾਨੂੰ ਰੂਬਰੂ ਕਰਾਇਆ ਹੈ, ਤਾਂ ਨਾਲ ਹੀ ਇਸ ਹਵੇਲੀ ਦੀ ਜਿਹੜੀ ਹਾਲਤ ਹੈ ਉਹ ਤੁਸੀਂ ਸਭ ਤੋਂ ਪਹਿਲਾਂ ਦੇਖ ਲਓ। ਦੀਵਾਨ ਟੋਡਰਮਲ ਜੀ ਜਿਹੜੇ ਕਿ ਮੁਗਲ ਸਾਮਰਾਜ ਦੇ ਸਰਹੰਦ ਦੇ ਜਿਹੜੇ गवर्नर ਜਾਂ नवाब ਹੋਏ ਨੇ, ਤਾਂ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਘਰ ਦੇ ਅਨੰਨ ਸੇਵਕ ਵੀ। ਪਰ ਜਿਸ ਤਰ੍ਹਾਂ ਕੁਝ ਇਤਿਹਾਸਕਾਰ ਲਿਖਦੇ ਵੀ ਜਿਹੜੀ ਕੌਮ ਆਪਣੇ ਯੋਧਿਆਂ ਦਾ ਇਤਿਹਾਸ ਸੰਭਾਲ ਨਹੀਂ ਪਾਉਂਦੀ, ਉਹ ਕੌਮ ਬਹੁਤੀ ਕਾਮਯਾਬ ਨਹੀਂ ਹੁੰਦੀ। ਸਿੱਖ ਕੌਮ ਦੇ ਵਿੱਚ ਬਹਾਦਰੀਆਂ, ਲਾਸਾਨੀ ਸ਼ਹਾਦਤਾਂ, ਯੋਧਿਆਂ ਦੀਆਂ ਗਾਥਾਵਾਂ ਅਨੇਕਾਂ ਹੋਈਆਂ ਨੇ, ਪਰ ਇਹ ਵੀ ਨਾਲ ਨਾਲ ਕਮੀ ਜਿਹੜੀ देखण नूं मिल रही है कि सिख जिहड़े आ उन्हां यादगारां नूं, उन्हां अस्थानां नूं, उन्हां शहादत दीआं निशानियां नूं साਂਭ नहीं सके। ਤਾਂ ਇਹ इमारत ਸਾਡੇ ਲਈ बहुत कीमती, ਸਾਂਭਣਯੋਗ क्यों है, ये ਸਾਡੇ ਲਈ जानना बहुत ਜ਼ਰੂਰੀ है। ਦੀਵਾਨ ਟੋਡਰਮਲ ਸਾਹਿਬ ਜਿਹੜੇ ਕਿ ਛੋਟੇ ਸਾਹਿਬਜ਼ਾਦਿਆਂ ਮਾਤਾ ਗੁਜਰ ਕੌਰ ਜੀ ਦੀ ਅੰਤਮ ਜਿਹੜੇ ਕਿ ਪੰਜ ਭੂਤਕ ਸਰੀਰ ਦਾ ਸੰਸਕਾਰ ਕਰਨ ਦੀ ਖਾਤਰ बहुत ਨਵੇਕਲਾ ਯੋਗਦਾਨ ਸਿੱਖ ਕੌਮ ਦੇ ਵਿੱਚ ਪਾ ਕੇ ਗਏ। ਦੀਵਾਨ ਸਾਹਿਬ ਉਹਨਾਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਲਈ, ਮਾਤਾ ਗੁਜਰੀ ਦੀ ਸ਼ਹਾਦਤ ਤੋਂ ਬਾਅਦ ਜਿਹੜਾ ਕਿ ਅੰਤਮ ਸੰਸਕਾਰ ਦੇ ਲਈ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜਗ੍ਹਾ ਮੁੱਲ ਖਰੀਦੀ। ਪੂਰੇ ਵਿਸ਼ਵ ਦੇ ਵਿੱਚੋਂ, ਦੁਨੀਆ ਭਰ ਦੇ ਵਿੱਚੋਂ ਸਭ ਤੋਂ ਮਹਿੰਗੀ ਜਗ੍ਹਾ ਜਿਹੜੀ ਆ ਉਹ ਜਿੱਥੇ ਸਾਹਿਬਜ਼ਾਦਿਆਂ ਦਾ ਸੰਸਕਾਰ, ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਗਿਆ ਉਹ ਹੈ। ਔਰ ਉਹ ਜਗ੍ਹਾ ਖਰੀਦਣ ਵਾਲਾ ਕੌਣ ਹੈ? ਉਹ ਹੈ ਦੀਵਾਨ ਟੋਡਰਮਲ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਦੇ ਅਧੀਨ ਇਹ ਜਗ੍ਹਾ ਰਣਜੀਤ ਨਗਾਰਾ ਜਥੇਬੰਦੀ ਸ਼੍ਰੋਮਣੀ ਕਮੇਟੀ ਨੂੰ ਇਹ ਜਗ੍ਹਾ ਦੀ ਸੇਵਾ ਜਿਹੜੀ ਹੈ ਸੰਭਾਲ ਲੈਣ ਦੇ ਲਈ ਉਪਰਾਲਾ ਕਰੇਗੀ। ਪਰ ਉਸ ਤੋਂ ਪਹਿਲਾਂ ਇਸ ਹਵੇਲੀ ਦਾ ਜੋ ਹੁਣ ਤੱਕ ਦਾ ਮਾਹੌਲ ਹੈ ਉਹ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹੁੰਦੇ ਹਾਂ। ਰਣਜੀਤ ਨਗਾਰਾ ਜਥੇਬੰਦੀ ਵੱਲੋਂ ਬਹੁਤ ਸਾਰੀਆਂ ਹੋਰ ਵੀ ਜਿਹੜਾ ਕਿ ਇਸ ਤਰ੍ਹਾਂ ਦੀਆਂ ਅਸਥਾਨ, ਇਸ ਤਰ੍ਹਾਂ ਦੀਆਂ ਜਗ੍ਹਾ ਨੂੰ ਮੁੜ ਤੋਂ ਉਸੇ ਤਰੀਕੇ ਦੇ ਵਿੱਚ ਪੇਸ਼ ਕਰਨ ਦੀ ਜਿਹੜੀ ਕੋਸ਼ਿਸ਼ ਉਹ ਕੀਤੀ ਜਾ ਰਹੀ ਹੈ। ਜਿਸ ਤਰੀਕੇ ਦੇ ਵਿੱਚ ਇਹ ਹਵੇਲੀ ਅੱਜ ਤੋਂ ਲਗਭਗ 350 ਸਾਲ ਤੋਂ ਵੱਧ ਪਹਿਲਾਂ ਸਮਾਂ ਬਣਾਈ ਗਈ ਹੋਏਗੀ, ਜੋ ਮਟੀਰੀਅਲ, ਜੋ ਸਮਾਨ, ਜੋ ਚੀਜ਼ ਉਸ ਵਕਤ ਵਰਤੀ ਗਈ, ਉਹੀ ਚੀਜ਼ਾਂ, ਉਹੀ ਤਰੀਕਾ ਵਰਤ ਕੇ ਮੁੜ ਤੋਂ ਇਹ ਹਵੇਲੀ ਨੂੰ ਉਸੇ ਤਰ੍ਹਾਂ ਹੂਬਹੂ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਪਰ ਉਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੋਂ ਮਨਜ਼ੂਰੀ ਲੈਣ ਦੇ ਲਈ ਜਿਹੜਾ ਪੂਰੀ ਦੀ ਪੂਰੀ ਜਿਹੜੀ ਕਾਰਵਾਈ ਹੈ ਰਣਜੀਤ ਨਗਾਰਾ ਜਥੇਬੰਦੀ ਉਹ ਕਰੇਗੀ। ਦੀਵਾਨ ਟੋਡਰਮਲ ਦੀ ਹਵੇਲੀ ਜਿਹੜੀ ਕਿ 350 ਸਾਲ ਤੋਂ ਵੱਧ ਪੁਰਾਣੀ ਹੈ, ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸਥਿਤ ਹੈ। ਜਿੱਥੇ ਅਸੀਂ ਇਹਦੀ ਹਾਲਤ ਬਾਰੇ ਗੱਲਬਾਤ ਕਰਾਂਗੇ, ਉੱਥੇ ਹੀ ਇਤਿਹਾਸਕ ਪੱਖੋਂ ਵੀ ਇਸ ਹਵੇਲੀ ਦੇ ਬਾਰੇ ਜਿਹੜਾ ਅਸੀਂ ਚਰਚਾ ਕਰਾਂਗੇ। ਪੂਰੀ ਦੀ ਪੂਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖਾਂਗੇ ਤਾਂ ਕਿ ਰਣਜੀਤ ਨਗਾਰਾ ਜਥੇਬੰਦੀ ਸੰਗਤ ਦੇ ਸਹਿਯੋਗ ਸਦਕਾ ਇਸ ਹਵੇਲੀ ਨੂੰ ਮੁੜ ਤੋਂ ਉਸੇ ਹੀ ਤਰੀਕੇ ਦੇ ਵਿੱਚ ਜਿਹੜਾ ਕਿ ਮੁੜ ਤੋਂ ਜਿੱਥੇ ਕੋਈ ਬਿਲਡਿੰਗ ਢਹਿ ਚੁੱਕੀ ਹੈ, ਜਿੱਥੇ ਕੋਈ ਬਿਲਡਿੰਗ ਟੁੱਟ ਚੁੱਕੀ ਹੈ, ਕਿਉਂਕਿ ਉਸ ਤੋਂ ਬਾਅਦ ਬਹੁਤ ਜ਼ਿਆਦਾ ਔਖਾ ਸਮਾਂ ਜਿਹੜਾ ਸਿੱਖ ਕੌਮ ਤੇ ਰਿਹਾ। ਤਾਂ ਇਸ ਵਕਤ ਤੁਸੀਂ ਬਾਹਰੀ ਤੌਰ ਤੇ ਹਵੇਲੀ ਦੇਖ ਸਕਦੇ ਹੋ, ਜਿੱਥੇ ਇੱਕ ਪੁਰਾਤਨ ਖੂਹ ਸੀ ਜਿਹਨੂੰ ਬੇਸ਼ੱਕ ਮੁੜ ਤੋਂ ਨਵੀਂ ਦਿੱਖ ਦੇ ਦਿੱਤੀ ਗਈ ਹੈ, ਪਰ ਜਹਾਜੀ ਹਵੇਲੀ ਦੇ ਨਾਮ ਦੇ ਨਾਲ ਜਾਂ ਜਹਾਜੀ ਮਹਿਲ ਦੇ ਨਾਮ ਦੇ ਨਾਲ ਜਾਣੀ ਜਾਂਦੀ ਇਹ ਇਮਾਰਤ
ਹੁਣ ਬਹੁਤ ਜ਼ਿਆਦਾ ਉਹ ਢਹਿ ਵੀ ਚੁੱਕੀ ਹੈ। ਕੁਝ ਹਿੱਸਾ ਬਚਿਆ ਹੋਇਆ, ਕੁਝ ਕੌਲੇ, ਕੁਝ ਬੁਰਜੀਆਂ, ਕੁਝ ਨੁੱਕਰਾਂ ਜਿਹੜੀਆਂ ਉਹ ਢਹਿ ਚੁੱਕੀਆਂ, ਪਰ ਕੁਝ ਨਾ ਕੁਝ ਅਜੇ ਮੌਜੂਦ ਜ਼ਰੂਰ ਹੈ। ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਫੀ ਸਾਰਾ ਜਿਹੜਾ ਕਿ ਉਹ ਕੰਮ ਇਸ ਇਮਾਰਤ ਦੇ ਲਈ ਕੀਤਾ, ਪਰ ਹੋਰ ਬਹੁਤ ਸਾਰਾ ਜਿਹੜਾ ਕੰਮ ਉਹ ਇਸ ਇਮਾਰਤ ਦੇ ਲਈ ਹੋ ਸਕਦਾ, ਜਿਹਨੂੰ ਕਰਨ ਦੇ ਲਈ ਯਤਨਸ਼ੀਲ ਤੇ ਵਿਚਾਰ ਅਧੀਨ ਹੈ ਰਣਜੀਤ ਨਗਾਰਾ ਜਥੇਬੰਦੀ ਦਾ ਇਹ ਪ੍ਰੋਜੈਕਟ। ਹਵੇਲੀ ਦਾ ਜਿਹੜਾ ਕਿ ਇਹ ਹਿੱਸਾ ਲਗਭਗ ਉਹ ਢਹਿ ਚੁੱਕਾ ਹੈ, ਪਰ ਤੁਸੀਂ ਦੇਖ ਸਕਦੇ ਹੋ ਕੁਝ ਬੁਰਜੀਆਂ ਜਾਂ ਕੁਝ ਨੀਹਾਂ ਅਸੀਂ ਕਹਿ ਸਕਦੇ ਹਾਂ ਉਹ ਅਜੇ ਮੌਜੂਦ ਨੇ। ਤਾਂ ਮੇਰੇ ਮਗਰ ਜਿਹੜਾ ਕਿ ਇਹ ਕੌਲਾ ਤੇ ਕੁਝ ਜਿਹੜਾ ਹਿੱਸਾ ਉਹ ਇਮਾਰਤ ਦਾ ਲਗਭਗ ਬਿਲਕੁਲ ਢਿਆ ਹੋਇਆ, ਪਰ ਜਿਹੜੀ ਬਰੀਕ ਇੱਟ, ਨਾਨਕਸ਼ਾਹੀ ਇੱਟ ਜਿਹਨੂੰ ਕਿਹਾ ਜਾਂਦਾ, ਜਿਹੜੀ ਪੁਰਾਤਨ ਇੱਟ ਹੈ ਔਰ ਨਾਲ ਚੂਨਾ ਵਰਤਿਆ ਗਿਆ, ਉਸ ਵਕਤ ਜੋ ਮਟੀਰੀਅਲ ਵਰਤਿਆ ਜਾਂਦਾ ਸੀ ਪੁਰਾਤਨ ਬਿਲਡਿੰਗਾਂ ਦੇ ਵਿੱਚ, ਜਿਹੜਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬਿਲਡਿੰਗ ਦੇ ਵਿੱਚ ਵੀ ਹੇਠਾਂ ਵਰਤਿਆ ਗਿਆ, ਜਿਹੜੀ ਕਿ ਇੰਨੇ ਜਿਹੜਾ ਕਿ ਸਦੀਆਂ ਤੋਂ ਬਾਅਦ, ਜਿਹੜੀ ਕਿ ਪਾਣੀ ਦੇ ਵਿੱਚ ਵੀ ਰਹਿਣ ਤੋਂ ਬਾਅਦ ਉਹ ਉਸ ਬਿਲਡਿੰਗ ਨੂੰ ਕੋਈ ਨੁਕਸਾਨ ਜਿਹੜਾ ਉਹ ਨਹੀਂ ਪਹੁੰਚਿਆ, ਕਿਉਂਕਿ ਮਟੀਰੀਅਲ ਬੜਾ ਕਮਾਲ ਦਾ ਵਰਤਿਆ ਗਿਆ ਔਰ ਜਿਹੜੇ ਕਾਰੀਗਰ ਉਹ ਬੜੇ ਕਮਾਲ ਦੇ ਵਰਤੇ ਗਏ ਨੇ। ਔਰ ਇਸ ਜਿਹੜੀ ਇਮਾਰਤ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਬਹੁਤ ਕਮਾਲ ਦੇ ਜਿਹੜੇ ਕਾਰੀਗਰ ਵਰਤੇ ਗਏ ਨੇ। ਤਾਂ ਇੰਨੇ ਸਾਲਾਂ ਤੋਂ ਬਾਅਦ ਵੀ ਇਹ ਜਿਹੜੀ ਬਿਲਡਿੰਗ ਆ ਉਹ ਜਿੱਥੇ ਹੈ ਉਹ ਉੱਥੋਂ ਅਜੇ ਤਗੜੀ ਆ, ਉੱਥੋਂ ਅਜੇ ਮਜ਼ਬੂਤ ਹੈ, ਪਰ ਇੰਨਾ ਸਮਾਂ ਤੋਂ ਬਾਅਦ ਮੀਂਹ, ਕਣੀਆਂ, ਝੱਖੜ, ਹਨੇਰੀਆਂ, ਭੁਚਾਲਾਂ ਜਿਹੜਾ ਕਿ ਉਹਨਾਂ ਦਾ ਟਾਕਰਾ ਨਾ ਕਰਦੀ ਇਹ ਬਿਲਡਿੰਗ ਬੁਰੀ ਤਰ੍ਹਾਂ ਉਹ ਟੁੱਟ ਵੀ ਚੁੱਕੀ ਆ। ਤਾਂ ਕੁਛ ਜਿਹੜੇ ਕਿ ਗੁੰਬਦ, ਕੁਛ ਜਿਹੜੀਆਂ ਇਹਦੀਆਂ ਕੰਧਾਂ ਕੋਲੇ ਉਹ ਮੌਜੂਦ ਆ, ਪਰ ਕੋਸ਼ਿਸ਼ ਜਿਹੜੀ ਹੋਣੀ ਚਾਹੀਦੀ ਆ ਔਰ ਜਿਹੜੀ ਕਰਨੀ ਚਾਹੀਦੀ ਸਿੱਖ ਕੌਮ ਨੂੰ ਉਹ ਨਹੀਂ ਕੀਤੀ ਗਈ। ਤਾਂ ਇਹਦੀ ਜਿਹੜੀ ਅੱਜ ਹਾਲਤ ਆ ਇਹ ਹੋ ਚੁੱਕੀ ਹੈ। ਤੁਸੀਂ ਦੇਖ ਸਕਦੇ ਹੋ ਉੱਪਰਲੀ ਸਾਈਡ ਤੋਂ, ਜਿਹੜਾ ਕਿ ਉੱਪਰਲੀ ਸਾਈਡ ਤੋਂ ਕੁਝ ਕੋਲੇ ਜਿਹੜੇ ਆ ਉਹ ਕੁਝ ਇੱਟਾਂ ਹੀ ਜਿਹੜੀਆਂ ਨੇ ਉਹ ਮੌਜੂਦ ਨੇ। ਬੇਸ਼ੱਕ ਇਹਦੇ ਤੇ ਕੁਛ ਨਾ ਕੁਛ ਕੰਮ ਕੀਤਾ ਗਿਆ, ਪਰ ਇਹਨੂੰ ਮੁੜ ਤੋਂ ਉਸੇ ਤਰੀਕੇ ਦੇ ਨਾਲ ਰੀਕਨਸਟਰਕਸ਼ਨ ਕਰਨ ਦੀ ਬਹੁਤ ਜ਼ਰੂਰਤ ਹੈ, ਤਾਂ ਕਿ ਆਉਣ ਵਾਲੀ ਜਿਹੜੇ ਕਿ ਸਾਡੀ ਪੀੜ੍ਹੀ ਨੂੰ ਔਰ ਪੂਰੀ ਦੁਨੀਆ ਨੂੰ ਅਸੀਂ ਦੱਸ ਸਕੀਏ ਕਿ ਦੀਵਾਨ ਟੋਡਰਮਲ ਜੀ, ਜਿਨ੍ਹਾਂ ਨੇ ਸਿੱਖ ਕੌਮ ਦੇ ਇਤਿਹਾਸ ਦੇ ਵਿੱਚ ਐਡਾ ਅਹਿਮ ਯੋਗਦਾਨ ਪਾਇਆ, ਜਿਨ੍ਹਾਂ ਨੇ ਐਡਾ ਅਹਿਮ ਜਿਹੜਾ ਕਿ ਆਪਣਾ ਰੋਲ ਅਦਾ ਕੀਤਾ, ਔਰ ਜਿਹਦੇ ਬਦਲੇ ਉਹਨਾਂ ਦੇ ਪਰਿਵਾਰ ਦੇ ਉੱਤੇ ਵੀ ਜਿਹੜਾ ਮੁਗਲ ਸਾਮਰਾਜ ਨੇ ਬਹੁਤ ਜ਼ਿਆਦਾ ਤਸ਼ੱਦਦ ਢਾਇਆ, ਉਹਨਾਂ ਦਾ ਜਿਹੜਾ ਕਿ ਇਤਿਹਾਸ ਦੇ ਵਿੱਚ ਜ਼ਿਕਰ ਵੀ ਆਉਂਦਾ। ਤਾਂ ਇਹ ਦੀਵਾਨ ਟੋਡਰਮਲ ਜੀ ਦੀ ਜਿਹੜੀ ਹਵੇਲੀ ਹੈ, ਇਹਨੂੰ ਸਾਂਭਣ ਦਾ ਜਿਹੜਾ ਫਰਜ਼ ਉਹ ਸਿੱਖ ਕੌਮ ਦਾ ਬਣਦਾ। ਦੀਵਾਨ ਟੋਡਰਮਲ ਜੀ ਦਾ ਜਨਮ ਪਿੰਡ ਕਾਕੜਾ, ਭਵਾਨੀਗੜ੍ਹ ਲਾਗੇ ਪੈਂਦਾ, ਉੱਥੇ ਹੋਇਆ। ਦੀਵਾਨ ਟੋਡਰਮਲ ਜੀ ਮੁਗਲ ਸਾਮਰਾਜ ਅਧੀਨ ਸਰਹੰਦ ਦੇ ਗਵਰਨਰ ਸੀ। ਸਰਹੰਦ, ਦੁਪਾਲਪੁਰ, ਜਲੰਧਰ, ਸੁਲਤਾਨਪੁਰ ਸੂਬਿਆਂ ਦਾ ਜਿਹੜਾ ਸਮੁੱਚਾ ਕੰਟਰੋਲ ਦੀਵਾਨ ਟੋਡਰਮਲ ਜੀ ਕੋਲ ਸੀ। ਤੇ ਦੱਸਿਆ ਜਾਂਦਾ ਕਿ ਦੀਵਾਨ ਸਾਹਿਬ ਕੋਲ 100 ਘੋੜਸਵਾਰ, 200 ਪੈਦਲ ਪਿਆਦੇ ਫੌਜੀ, 2000 ਘੋੜਸਵਾਰ ਤੱਕ ਵੀ ਬਾਅਦ 'ਚ ਗਿਣਤੀ ਦੱਸੀ ਜਾਂਦੀ ਹੈ, ਔਰ ਸਮਾਂ ਪੈ ਕੇ 4000 ਜਿਹੜੇ ਪੈਦਲ ਫੌਜੀ ਉਹ ਪਹੁੰਚ ਗਏ। ਦੀਵਾਨ ਟੋਡਰਮਲ ਜੀ ਜਿਹੜੇ ਕਿ ਉਸ ਵਕਤ ਇੱਕ ਨਾਮਵਰ ਇਲਾਕੇ ਦੇ ਵਪਾਰੀ ਵੀ ਸੀ। ਇਹ ਹਵੇਲੀ ਜਿਹੜੀ ਦੱਸਦੀ ਹੈ ਕਿ ਜਿਸ ਵਕਤ ਲੋਕਾਂ ਦੇ ਕੋਲ ਕੱਚੇ ਘਰ ਵੀ ਨਹੀਂ ਸੀ, ਕੁੱਲੀਆਂ ਵੀ ਨਹੀਂ ਸੀ, ਉਸ ਵਕਤ ਦੀਵਾਨ ਟੋਡਰਮਲ ਜੀ ਦਾ ਇਹ ਮਹਿਲ, ਜਿਹਨੂੰ ਜਹਾਜ਼ ਮਹਿਲ ਕਿਹਾ ਜਾਂਦਾ ਸੀ, ਉਹਦੀ ਸ਼ਾਨੋ ਸ਼ੌਕਤ ਪੂਰੇ ਇਲਾਕੇ ਦੇ ਵਿੱਚ ਬੜੀ ਮਸ਼ਹੂਰ ਸੀ। ਉਸ ਸਮੇਂ ਦੀ ਆਮਦਨ ਦੀ ਗੱਲ ਕਰੀਏ ਤੇ ਦੀਵਾਨ ਸਾਹਿਬ ਦੀ 50 ਲੱਖ ਦੇ ਕਰੀਬ ਆਮਦਨ ਸਾਲਾਨਾ ਦੱਸੀ ਜਾਂਦੀ ਹੈ। ਸਾਹਿਬਜ਼ਾਦਿਆਂ ਮਾਤਾ ਗੁਜਰੀ ਜੀ ਦੇ ਅੰਤਮ ਸੰਸਕਾਰ ਮੌਕੇ ਮੁਗਲ ਸਾਮਰਾਜ ਨੇ ਕਹਿਰ ਢਾਇਆ ਤਾਂ ਜਗ੍ਹਾ ਮੁੱਲ ਖਰੀਦੀ, ਉਹ ਵੀ ਦੀਵਾਨ ਟੋਡਰਮਲ ਨੇ ਖਰੀਦੀ। ਮੁਗਲ ਸਾਮਰਾਜ ਦੇ ਵਿੱਚ ਬੇਸ਼ੱਕ ਦੀਵਾਨ ਸਾਹਿਬ ਦੀ ਚੰਗੀ ਪਹੁੰਚ ਸੀ, ਪਰ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਦੇ ਅਨੰਨ ਸੇਵਕ ਹੋਣ ਦੇ ਨਾਤੇ ਗੁਰੂ ਦੀਆਂ ਖੁਸ਼ੀਆਂ, ਗੁਰੂ ਦਾ ਪਿਆਰ ਜਿਹੜਾ ਸੀ ਉਹ ਦੀਵਾਨ ਸਾਹਿਬ ਦੇ ਮਨ ਦੇ ਵਿੱਚ ਸੀ। ਤਾਂ ਦੀਵਾਨ ਟੋਡਰਮਲ ਸਾਹਿਬ ਨੇ 78000 ਮੋਹਰਾਂ ਜਿਹੜੀਆਂ ਕਿ ਉਸ ਵਕਤ ਖੜੀਆਂ ਕੀਤੀਆਂ, ਇਤਿਹਾਸ 'ਚ ਦੱਸਿਆ ਗਿਆ। ਫਿਰ ਉਹ ਜਗ੍ਹਾ ਖਰੀਦੀ ਗਈ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ। ਉਹਨਾਂ ਮੋਹਰਾਂ ਦੀ ਜੇ ਹੁਣ ਦੇ ਬਰਾਬਰ ਦੇ ਮੁੱਲ ਅਸੀਂ ਗੱਲ ਕਰ ਲਈਏ ਤੇ 2 ਅਰਬ 50 ਕਰੋੜ ਤੋਂ ਵੱਧ ਦੀ ਕੀਮਤ ਜਿਹੜੀ ਬਣ ਜਾਂਦੀ ਹੈ। ਪਰ ਗੁਰੂ ਦੇ ਪਿਆਰ ਦੇ ਵਿੱਚ ਅਰਬਾਂ ਖਰਬਾਂ ਦੀ ਕੋਈ ਗਿਣਤੀ ਨਹੀਂ। ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਦੀਵਾਨ ਟੋਡਰਮਲ ਸਾਹਿਬ ਨੇ ਵਰਤਾਇਆ,
ਦੇ ਪਾਣੇ ਅੰਦਰ। ਇਹ ਹਵੇਲੀ ਦੀ ਆਖਰ ਹਾਲਤ ਇੱਥੋਂ ਤੱਕ ਕਿਵੇਂ ਪਹੁੰਚੀ, ਢਹੀ ਕਿਸ ਤਰ੍ਹਾਂ, ਟੁੱਟੀ ਕਿਸ ਤਰ੍ਹਾਂ, ਇਸ ਗੱਲ ਦੀ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਇਸ ਇਲਾਕੇ ਦੇ ਪੁਰਾਤਨ ਬਜ਼ੁਰਗਾਂ ਵਸਨੀਕਾਂ ਨੂੰ ਮਿਲੇ, ਕੁਝ ਸਿੱਖ ਸ਼ਖਸੀਅਤਾਂ ਨੂੰ ਮਿਲੇ ਤਾਂ ਕੁਝ ਬਹੁਤਾ ਤੱਥ ਸਾਡੇ ਸਾਹਮਣੇ ਨਾ ਆ ਸਕਿਆ। ਪਰ ਇਹ ਸਪਸ਼ਟ ਆ ਕਿ ਸੰਭਾਲਣ ਪੱਖੋਂ ਜਿਹੜਾ ਕਿ ਇਹ ਇਮਾਰਤ ਦੀ ਇਹ ਹਾਲਤ ਹੋਈ। ਪਹਿਲੀ ਛੱਤ ਜਿਹੜੀ ਡਿੱਗੀ ਤਾਂ ਉੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਕਿਸ ਤਰੀਕੇ ਦੇ ਨਾਲ ਛੋਟੀਆਂ ਇੱਟਾਂ, ਜਿਨ੍ਹਾਂ ਨੂੰ ਨਾਨਕਸ਼ਾਹੀ ਇੱਟਾਂ ਕਿਹਾ ਜਾਂਦਾ, ਔਰ ਚੂਨੇ ਦੀਆਂ ਛੱਤਾਂ ਸੀ ਜਿਹੜੀਆਂ ਉਹ ਢਹਿ ਗਈਆਂ। ਕੌਲੇ ਤੇ ਛੱਤਾਂ ਜਿਹੜੀਆਂ ਉਹ ਢਹਿਣੀਆਂ ਲਗਾਤਾਰ ਜਾਰੀ ਵੀ ਹੈਗੀਆਂ। ਜਦੋਂ ਵੀ ਬਰਸਾਤਾਂ ਹੁੰਦੀਆਂ, ਜਦੋਂ ਮੀਂਹ ਪੈਂਦਾ, ਹਨੇਰੀਆਂ ਆਉਂਦੀਆਂ ਤਾਂ ਹਰ ਵਾਰ ਇਹ ਬਿਲਡਿੰਗ ਦਾ ਨੁਕਸਾਨ ਉਹ ਵੱਧ ਰਿਹਾ, ਲਗਾਤਾਰ ਉਹ ਨੁਕਸਾਨ ਹੋ ਜਾਂਦਾ। ਤੁਸੀਂ ਦੇਖ ਸਕਦੇ ਹੋ ਉੱਪਰ ਗੁਲਾਈ ਦੇ ਵਿੱਚ ਛੱਤਾਂ ਦਾ ਕੁਝ ਹਿੱਸਾ ਉਹ ਅਜੇ ਮੌਜੂਦ ਹੈ। ਤਾਂ ਕਾਲਖ ਜਿਹੜੀ ਕਿ ਉਹ ਮੀਂਹਾਂ ਹਨੇਰੀਆਂ ਦੇ ਨਾਲ ਬਣ ਚੁੱਕੀ ਤੇ ਨਾਲ ਭੁਰਦੀਆਂ ਹੋਈਆਂ ਜਿਹੜੀਆਂ ਕਿ ਛੱਤਾਂ, ਉਹ ਇਸ ਗੱਲ ਦਾ ਗਵਾਹ ਹੈ ਕਿ ਜੇ ਇਹਨੂੰ ਬਚਾਇਆ ਨਾ ਗਿਆ ਤਾਂ ਰਹਿੰਦਾ ਖੁੰਦਾ ਹਿੱਸਾ ਵੀ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਇੱਕ ਬਿਲਕੁਲ ਹੀ ਬੰਜਰ ਇਮਾਰਤ ਵਾਂਗ ਬਣ ਜਾਏਗਾ। ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਅਸੀਂ ਬਾਹਰੀ ਜਿਹੜਾ ਕਿ ਹਿੱਸੇ ਦੀ ਇਸ ਵਕਤ ਅਜੇ ਗੱਲ ਕਰ ਰਹੇ ਹਾਂ ਤਾਂ ਇਹ ਬੇਸ਼ੱਕ ਅੱਗੋਂ ਇਹ ਢਹਿ ਚੁੱਕਿਆ, ਪਰ ਇੱਕ ਜਿਹੜਾ ਕਿ ਕੰਧ ਦਾ ਹਿੱਸਾ ਉਹ ਕਿਤੋਂ ਅੱਗੇ ਨੂੰ ਵਧਿਆ ਹੋਇਆ, ਕਿਤੋਂ ਢਹਿ ਗਿਆ, ਕਿਉਂਕਿ ਸ਼ਾਇਦ ਇੱਥੇ ਕੋਈ ਰੱਖਣਾ ਜਾਂ ਆਲਾ ਜਾਂ ਜਿਸ ਤਰ੍ਹਾਂ ਪੁਰਾਣੇ ਜ਼ਮਾਨੇ 'ਚ ਹੁੰਦੀ ਸੀ ਕੰਧਾਂ ਦੇ ਵਿੱਚ ਉਹ ਹੋਏਗਾ। ਪਰ ਉਸ ਤੋਂ ਬਾਅਦ ਜਦੋਂ ਕੁਛ ਨਾ ਕੁਛ ਇਹਨੂੰ ਦੁਬਾਰੇ ਤੋਂ ਤਿਆਰ ਕੀਤਾ ਗਿਆ, ਉਹ ਨਵਾਂ ਇੱਥੇ ਮਟੀਰੀਅਲ ਵਰਤਿਆ ਗਿਆ, ਬੇਸ਼ੱਕ ਉਹ ਚੂਨਾ ਹੀ ਹੈ, ਬੇਸ਼ੱਕ ਉਹ ਇੱਟਾਂ ਉਹੀ ਵਰਤੀਆਂ ਗਈਆਂ ਨੇ, ਪਰ ਫਿਰ ਵੀ ਜਿਹੜਾ ਇਹ ਤੁਸੀਂ ਦੇਖ ਸਕਦੇ ਹੋ ਕਿਤੋਂ ਇਮਾਰਤ ਅੱਗੇ ਨੂੰ ਵਧੀ ਹੋਈ ਹੈ, ਪਰ ਉਹ ਅਜੇ ਪੁਰਾਣੀ ਹੋਣ ਕਰਕੇ ਕਈ ਥਾਂ ਕਾਲੀ ਵੀ ਹੋ ਚੁੱਕੀ ਆ। ਤਾਂ ਜੇ ਇਸੇ ਤਰ੍ਹਾਂ ਹੀ ਰਹੇਗੀ, ਜੇ ਇਹ ਇਮਾਰਤ ਨੂੰ ਮੁੜ ਤੋਂ ਉਸੇ ਤਰੀਕੇ ਦੇ ਨਾਲ ਚੰਗਾ ਮਟੀਰੀਅਲ ਲਾ ਕੇ, ਚੰਗਾ ਜਿਹੜਾ ਕਿ ਕਾਰੀਗਰ ਲਗਾ ਕੇ ਤਿਆਰ ਨਹੀਂ ਕੀਤਾ ਜਾਂਦਾ ਤਾਂ ਇਹ ਇਮਾਰਤ ਬਹੁਤਾ ਸਮਾਂ ਜਿਹੜਾ ਉਹ ਸ਼ਾਇਦ ਕਾਮਯਾਬ ਜਾਂ ਬਹੁਤ ਸਮਾਂ ਜਿਹੜਾ ਇਹ ਸਥਿਰ ਨਾ ਰਹਿ ਸਕੇ। ਤੁਸੀਂ ਉੱਪਰ ਜ਼ਰੂਰ ਜਿਹੜਾ ਕੈਮਰੇ ਦੇ ਵਿੱਚ ਦੇਖ ਸਕਦੇ ਹੋ ਜਿਹੜਾ ਕਿ ਸ਼ਾਇਦ ਚਬਾਰੇ ਤੋਂ ਵੀ ਜਿਹੜੀ ਕਿ ਉੱਪਰਲੀ ਜਿਹੜੀ ਸ਼ਾਇਦ ਉਹ ਬਿਲਡਿੰਗ ਹੋਏਗੀ, ਜਿਹੜਾ ਕਿ 3rd ਫਲੋਰ ਜਿਹਨੂੰ ਕਹਿ ਦਈਏ, ਉਹ ਕਿਸ ਤਰੀਕੇ ਦੇ ਨਾਲ ਢਹਿ ਚੁੱਕਿਆ। ਤਾਂ ਛੱਤ ਜਿਹੜੀ ਆ ਉਹ ਪੂਰੀ ਦੀ ਪੂਰੀ ਟੁੱਟ ਚੁੱਕੀ ਹੈ, ਪਰ ਕੁਝ ਹਿੱਸਾ ਜਿਹੜਾ ਉਹ ਵਧਿਆ ਹੋਇਆ ਔਰ ਥੱਲੋਂ ਦੀ ਉਹਨੂੰ ਜਿਹੜੀ ਉਸ ਤੋਂ ਬਾਅਦ ਆਰਜੀ ਤੌਰ 'ਤੇ ਸਪੋਰਟਾਂ ਜਿਹੜੀਆਂ ਉਹ ਲੋਹੇ ਦੀਆਂ ਲਾਈਆਂ ਗਈਆਂ ਜਾਂ ਸਟੀਲ ਦੇ ਸਰੀਏ ਪਾ ਕੇ ਜਿਹੜੀਆਂ ਲਾਈਆਂ ਗਈਆਂ ਉਹ ਹੈਗੀਆਂ। ਤਾਂ ਇਹਨੂੰ ਮੁੜ ਤੋਂ ਕਿੰਨੀ ਕੁ ਜ਼ਰੂਰਤ ਹੈਗੀ ਆ ਮੁੜ ਤੋਂ ਉਸੇ ਤਰ੍ਹਾਂ ਹੀ ਤਿਆਰ ਕਰਨ ਦੀ, ਇਹ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜੀ ਇਹ ਇਮਾਰਤ ਦਾ ਢਾਂਚਾ ਕੁਝ ਨਾ ਕੁਝ ਬਚਿਆ ਹੋਇਆ ਉਹ ਹਵੇਲੀ ਦੀ ਜਿਹੜੀ ਕਿ ਉਹ ਢਹਿੰਦੀ ਹੋਈ ਜਾਂ ਨੁਕਸਾਨੀ ਜਾ ਰਹੀ ਇਮਾਰਤ ਨੂੰ ਬਚਾਉਣ ਦੇ ਵਾਸਤੇ ਕੁਝ ਉਪਰਾਲੇ ਜਿਹੜੇ ਉਹ ਕੀਤੇ ਗਏ ਆ। ਤਾਂ ਤੁਸੀਂ ਉਹ ਦੇਖ ਸਕਦੇ ਹੋ ਆਖਿਰ ਉਪਰਾਲੇ ਕਿਸ ਤਰੀਕੇ ਦੇ ਨਾਲ ਉਹ ਜੇ ਕੀਤੇ ਗਏ ਆ। ਤਾਂ ਇਹ ਜਿਹੜਾ ਕਿ ਸ਼ਾਇਦ ਇਹ ਨਿੱਕਾ ਦਰਵਾਜ਼ਾ ਜਾਂ ਬਾਰੀ ਹੋਏਗੀ, ਜਿਸ ਤਰ੍ਹਾਂ ਪੁਰਾਤਨ ਸਮੇਂ ਦੇ ਵਿੱਚ ਵੱਡੀਆਂ ਬਾਰੀਆਂ ਹੁੰਦੀਆਂ ਸੀ, ਤਾਂ ਥੱਲੋਂ ਦੀ ਜਿਹੜੀਆਂ ਕੁਛ ਸਟੀਲ ਦੀਆਂ ਮੋਟੀਆਂ ਐਂਗਲਾਂ ਜਿਹੜੀਆਂ ਪੱਤੀਆਂ ਲਾ ਕੇ ਉਹ ਇਸ ਬਿਲਡਿੰਗ ਨੂੰ ਥੱਲੋਂ ਸਪੋਰਟ ਦੇਣ ਦੀ ਜਿਹੜੀ ਕੋਸ਼ਿਸ਼ ਉਹ ਕੀਤੀ ਗਈ। ਔਰ ਇਹ ਸ਼ਾਇਦ ਤੁਸੀਂ ਕੈਮਰੇ ਦੇ ਵਿੱਚ ਇਹਨੂੰ ਸਾਫ਼ ਦੇਖ ਸਕੋ, ਨਟ ਲਾ ਕੇ, ਕਾਬਲੇ ਲਾ ਕੇ ਜਿਹੜੇ ਕਿ ਅੰਦਰ ਸੱਲ ਮਾਰ ਕੇ ਉਹ ਲਾਏ ਗਏ, ਔਰ ਨਾਲ ਇੱਧਰਲੀ ਸਾਈਡ 'ਤੇ ਮੁੜ ਤੋਂ ਨਵੇਂ ਜਿਹੜਾ ਕਿ ਸਿਰਿਓਂ ਉਹ ਚੂਨਾ ਲਾ ਕੇ ਉਹੀ ਇੱਟਾਂ ਪੁਰਾਤਨ ਨਾਨਕਸ਼ਾਹੀ ਇੱਟਾਂ ਵਰਤੀਆਂ ਗਈਆਂ ਨੇ। ਔਰ ਇਹ ਜਿਹੜਾ ਕਿ ਇਸ ਚੀਜ਼ ਦਾ ਸਬੂਤ ਉਹ ਸ਼ਰੇਆਮ ਅਸੀਂ ਦੇਖ ਸਕਦੇ ਹਾਂ ਕਿਸ ਤਰੀਕੇ ਦੇ ਨਾਲ ਮੁੜ ਤੋਂ ਇਹ ਇਮਾਰਤ ਨੂੰ ਬਚਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਸ਼੍ਰੋਮਣੀ ਕਮੇਟੀ ਦੇ ਜਿਹੜਾ ਕਿ ਅਧੀਨ ਇਹ ਇਮਾਰਤ ਹੈਗੀ ਆ ਉਹਨੂੰ ਕੀਤੀ ਵੀ ਗਈ ਹੈ। ਇਹ ਨਹੀਂ ਵੀ ਕੁਛ ਨਹੀਂ ਹੋਇਆਗਾ, ਕੁਛ ਹੋਇਆ। ਗੀਤ ਨਗਾਰਾ ਕੈਲੀਫੋਰਨੀਆ USA ਦੀ ਜਿਹੜੀ ਜਥੇਬੰਦੀ ਹੈ ਉਹ ਚਾਹੁੰਦੀ ਹੈ ਕਿ ਇਸ ਬਿਲਡਿੰਗ ਨੂੰ ਬਿਲਕੁਲ ਹੂਬਹੂ ਉਸੇ ਤਰ੍ਹਾਂ ਹੀ ਮੁੜ ਤੋਂ ਤਿਆਰ ਕੀਤਾ ਜਾ ਸਕੇ, ਜਿਸ ਢਾਂਚੇ ਦੇ ਨਾਲ, ਜਿਸ ਤਰੀਕੇ ਦੇ ਨਾਲ, ਜਿਸ ਮਟੀਰੀਅਲ ਦੇ ਨਾਲ ਜਿਨ੍ਹਾਂ ਉਸ ਵਕਤ ਦੇ ਕਾਰੀਗਰਾਂ ਨੇ ਇਹ ਬਿਲਡਿੰਗ ਨੂੰ ਬਣਾਇਆ, ਤਾਂ ਕਿ ਅਸੀਂ ਆਪਣੇ ਇਤਿਹਾਸ ਦੇ ਨਾਲ ਜੁੜੇ ਰਹੀਏ।
ਹਵੇਲੀ ਦੇ ਇਸ ਵਕਤ ਅਸੀਂ ਅੰਦਰ ਪਹੁੰਚ ਚੁੱਕੇ ਹਾਂ। ਤਾਂ ਕਿਸ ਤਰੀਕੇ ਦਾ ਜਿਹੜਾ ਕਿ ਹਾਲਤ ਹੈਗੀ ਹੈ ਹਵੇਲੀ ਦੀ ਉਹ ਵੀ ਤੁਸੀਂ ਦੇਖ ਸਕਦੇ ਹੋ। ਪਰ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ ਨਾ, ਇਹ ਮੁੜ ਤੋਂ ਜਿਹੜਾ ਇਹਦੀ ਸਾਂਭ ਸੰਭਾਲ ਦੇ ਲਈ ਕੀਤਾ ਗਿਆ ਉਪਰਾਲਾ ਉਹ ਹੈਗਾ ਲੋਹੇ ਦੀਆਂ ਪੱਤੀਆਂ ਜਿਹੜੀਆਂ ਲਾ ਕੇ ਉਹ ਗੁੱਠਾਂ ਦੇ ਵਿੱਚ ਉਹ ਜਿਹੜਾ ਕਿ ਐਂਗਲ ਬਣਾ ਕੇ ਉਹਨੂੰ ਬਚਾਉਣ ਦੀ ਜਿਹੜੀ ਆ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਹੈ। ਨਾਲ ਹੀ ਇੱਟਾਂ ਦੇ ਉੱਤੇ ਚੂਨਾ ਵੀ ਜਿਹੜਾ ਉਹ ਦੁਬਾਰੇ ਜਿਹੜਾ ਲਾਇਆ ਹੋਇਆ ਅਸੀਂ ਸਾਫ਼ ਜਿਹੜਾ ਬਿਲਕੁਲ ਦੇਖ ਸਕਦੇ ਹਾਂ। ਔਰ ਛੱਤ ਦੀ ਹਾਲਤ ਕਿਸ ਤਰ੍ਹਾਂ ਦੀ ਆ ਉਹ ਵੀ ਤੁਸੀਂ ਕੈਮਰੇ ਦੇ ਵਿੱਚ ਜ਼ਰੂਰ ਦੇਖੋ। ਛੱਤ ਜਿਹੜੀ ਆ ਉਹ ਲੋਹੇ ਦੇ ਜਿਹੜੇ ਸਰੀਏ ਹੈਗੇ ਆ, ਉਹ ਸਰੀਏ ਜਿਹੜੇ ਆਪਸ ਦੇ ਵਿੱਚ ਇਸ ਤਰ੍ਹਾਂ ਜੋੜ ਕੇ ਜਿਹੜਾ ਕਿ ਉਹਨਾਂ ਨੂੰ ਮੁੜ ਤੋਂ ਜਿਹੜੀਆਂ ਤਰੇੜਾਂ ਪੈ ਚੁੱਕੀਆਂ, ਵੱਡੇ ਜਿਹੜੇ ਪਾੜ ਪੈ ਚੁੱਕੇ, ਉਹਨਾਂ ਨੂੰ ਜਿਹੜਾ ਕਿ ਬਚਾਉਣ ਦੀ ਜਿਹੜੀ ਉਹ ਕੋਸ਼ਿਸ਼ ਹੈ। ਔਰ ਇਹਨੂੰ ਮੁੜ ਤੋਂ ਉਸੇ ਤਰ੍ਹਾਂ ਹੀ ਰੱਖਣਾ ਕਿੰਨਾ ਕੁ ਇੱਕ ਵੱਡਾ ਜਿਹੜੇ ਕਿ ਚੁਣੌਤੀ ਦੇ ਰੂਪ ਦੇ ਵਿੱਚ ਅਸੀਂ ਲੈ ਸਕਦੇ ਹਾਂ। ਜਿਹੜੇ ਕੈਰੀਅਰ ਜਿਹੜੇ ਇਹਨੂੰ ਲੈਣਗੇ ਤਾਂ ਇਹ ਵੀ ਇੱਕ ਬੜੀ ਵੱਡੀ ਗੱਲ ਆ। ਹਾਲਤ ਜਿਹੜੀ ਆ ਉਹ ਤੁਸੀਂ ਜ਼ਰੂਰ ਕੈਮਰੇ ਦੇ ਵਿੱਚ ਦੇਖ ਸਕਦੇ ਹੋ ਵੀ ਇਹ ਇੱਕ ਕਮਰਾ ਹੋਏਗਾ ਇਸ ਹਵੇਲੀ ਦਾ, ਕਿਉਂਕਿ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ, ਬਹੁਤ ਸਾਰੇ ਪੁਰਾਤਨ ਬਜ਼ੁਰਗਾਂ ਦੇ ਨਾਲ, ਸੰਗਤਾਂ ਦੇ ਨਾਲ ਗੱਲਬਾਤ ਕੀਤੀ, ਪਰ ਵਿਸਥਾਰ ਦੇ ਵਿੱਚ ਸਾਨੂੰ ਉਹ ਜਾਣਕਾਰੀ ਨਹੀਂ ਮਿਲੀ ਕਿ ਇਹ ਹਵੇਲੀ ਦਾ ਕਿਹੜਾ ਹਿੱਸਾ ਸੀ, ਇੱਥੇ ਕੀ ਹੁੰਦਾ ਸੀ, ਕਿ ਕੋਈ ਕਮਰਾ ਸੀ ਜਾਂ ਕੋਈ ਬਰਾਂਡਾ ਸੀ ਜਾਂ ਕੋਈ ਸੁਭਾਤ ਸੀ ਤਾਂ ਕੀ ਸੀ। ਪਰ ਹਾਲਤ ਜਿਹੜੀ ਆ ਉਹ ਤੁਸੀਂ ਦੇਖ ਸਕਦੇ ਹੋ। ਸਾਈਡਾਂ ਦੇ ਜਿਹੜੇ ਵੱਡੀਆਂ ਚੌੜੀਆਂ ਕੰਧਾਂ ਦੇ ਵਿੱਚ ਜਿਹੜੇ ਆਲੇ ਜਾਂ ਰਖਣੇ, ਜਿਹੜੇ ਬਾਰੀਆਂ ਬਣੀਆਂ ਹੋਈਆਂ ਜਿਨ੍ਹਾਂ ਦੇ ਵਿੱਚ ਕੁਝ ਸਮਾਨ ਟਿਕਾਇਆ ਜਾਂਦਾ ਸੀ। ਕੋਈ ਪੁਰਾਤਨ ਇਮਾਰਤਾਂ ਸੀ, ਜਿੱਥੇ ਵੀ ਦੇਖਦੇ ਹਾਂ ਕਿਲ੍ਹਾ ਨੁਮਾ ਇਮਾਰਤਾਂ ਨੇ ਜਾਂ ਕੋਈ ਗੁਰੂ ਘਰ ਜਿਹੜੇ ਪੁਰਾਤਨ ਹੈਗੇ ਆ ਜਾਂ ਮਸੀਤਾਂ ਨੇ ਜਾਂ ਕੋਈ ਹੋਰ ਧਾਰਮਿਕ ਇਤਿਹਾਸਕ ਸਥਾਨ ਹੈ, ਉਹਨਾਂ ਦੀ ਜਿਹੜੀ ਬਣਤਰ ਉਹ ਵੀ ਲਗਭਗ ਹੂ ਇਸੇ ਤਰ੍ਹਾਂ ਹੀ ਹੁੰਦੀ ਹੈ। ਕੋਈ ਚੌੜੀਆਂ ਕੰਧਾਂ ਦੇ ਵਿੱਚ ਇਸ ਤਰ੍ਹਾਂ ਦੇ ਆਲੇ ਜਿਹੜੇ ਆ ਉਹ ਬਣਾਏ ਹੁੰਦੇ ਆ। ਹਵੇਲੀ ਦੇ ਉਸ ਸਾਈਡ ਤੇ ਅਸੀਂ ਜਦੋਂ ਸੀ ਤਾਂ ਉਹ ਛੱਤ ਜਿਹੜੀ ਆ ਉਹ ਅਜੇ ਪਾੜ ਤਾਂ ਪਏ ਹੋਏ ਆ, ਤਰੇੜਾਂ ਤਾਂ ਆਈਆਂ, ਪਰ ਜਿਹੜੇ ਕੋਈ ਲੋਹੇ ਦੇ ਜਿਹੜੇ ਯੰਤਰ ਲਾ ਕੇ ਉਹਨੂੰ ਰੋਕਿਆ ਗਿਆ ਸੀ। ਪਰ ਇੱਧਰ ਜਿਹੜਾ ਬਿਲਡਿੰਗ ਉਹ ਪੂਰੀ ਤਰ੍ਹਾਂ ਨੁਕਸਾਨੀ ਵੀ ਜਾ ਚੁੱਕੀ ਆ। ਹਵੇਲੀ ਦਾ ਜਿਹੜਾ ਇਹ ਹਿੱਸਾ ਉਹ ਟੁੱਟ ਚੁੱਕਿਆ, ਇਹ ਵੀ ਛੱਤ ਟੁੱਟ ਚੁੱਕੀ। ਔਰ ਉੱਪਰਲੀ ਜਿਹੜੀ ਛੱਤ ਆ ਉਹ ਬਿਲਕੁਲ ਜਿਹੜੀ ਉਹ ਅਜੇ ਹੈਗੀ ਆ ਠੀਕ, ਬੇਸ਼ੱਕ ਉਹਦੀ ਵੀ ਰਿਪੇਅਰ ਕੀਤੀ ਗਈ ਹੈ, ਕਿਉਂਕਿ ਉਹਦੀ ਜਿਹੜੀ ਉੱਪਰ ਲੱਗੀ ਹੋਈ ਜਿਹੜਾ ਕਿ ਯੰਤਰ ਜਿਹੜਾ ਸੀਮੈਂਟ ਦੀ ਜਗ੍ਹਾ 'ਤੇ ਉਦੋਂ ਚੂਨਾ ਵਰਤਿਆ ਜਾਂਦਾ ਸੀ, ਉਹ ਦੱਸਦਾ ਕਿ ਉਹ ਮੁੜ ਤੋਂ ਜਿਹੜਾ ਉਹਨੂੰ ਰੀਕਨਸਟਰਕਸ਼ਨ ਜਿਹੜੀ ਉਹ ਕੀਤੀ ਗਈ ਹੈ। ਪਰ ਜਿਹੜੀ ਪਹਿਲੀ ਛੱਤ ਆ ਇਹਦੀ ਉਹ ਬਿਲਕੁਲ ਟੁੱਟੀ ਹੋਈ ਆ। ਉਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕੁਝ ਸਰੀਏ, ਕੁਝ ਟੰਬੇ ਬਾਂਸ ਜਿਹੜੇ ਉਹ ਇੱਥੇ ਰੱਖੇ ਹੋਏ ਆ। ਸ਼ਾਇਦ ਉਹ ਇਹਨੂੰ ਜਦੋਂ ਮੁੜ ਤੋਂ ਤਿਆਰ ਕੀਤੇ ਜਾਣ ਦੀ ਜਿਹੜੀ ਕੋਈ ਵਿਚਾਰ ਸੀ, ਪਰ ਉਹ ਵਿਚਾਰ ਜਿਹੜੀ ਉਹ ਇੱਕ ਵਿਚਾਰ ਹੀ ਰਹਿ ਗਈ। ਤਾਂ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਸਾਈਡਾਂ 'ਤੇ ਜਿਹੜੇ ਗੁੱਠਾਂ ਦੇ ਵਿੱਚ ਲੋਹੇ ਦੀਆਂ ਜਿਹੜੀਆਂ ਐਂਗਲਾਂ ਮੋਟੀਆਂ ਪੱਤੀਆਂ ਦੇ ਨਾਲ ਇਹਨੂੰ ਮੁੜ ਤੋਂ ਸੁਰੱਖਿਅਤ ਬਣਾਉਣ ਦੀ ਜਿਹੜੀ ਕੋਸ਼ਿਸ਼, ਤੇ ਨਾਲ ਸਰੀਏ ਜਿਹੜੇ ਹੈਗੇ ਉਹ ਲਾਏ ਗਏ ਆ। ਸਾਈਡਾਂ 'ਤੇ ਆਲੇ ਵੀ ਆ ਚੌੜੀਆਂ ਕੰਧਾਂ ਦੇ ਵਿੱਚ। ਹਾਂਜੀ, ਇਸ ਵਕਤ ਅਸੀਂ ਜਿਹੜਾ ਕਿ ਜਹਾਜੀ ਹਵੇਲੀ ਦੇ ਬਾਹਰੀ ਤੌਰ ਤੇ ਖੱਬੇ ਪਾਸੇ ਖਲੋਤੇ ਆ। ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖੋ ਇਹ ਕੰਨੀ ਜਿਹੜੀ ਹੈਗੀ ਆ ਹਰੇਵਾਈ ਔਰ ਘਾਹ ਫੂਸ ਜਿਹੜਾ ਕੁਛ ਜਿਹੜੇ ਕਿ ਪਿੱਪਲ ਜਿਹੜਾ ਸ਼ਾਇਦ ਵਿੱਚੋਂ ਦਰਖਤ ਜਿਹੜਾ ਉਹ ਨਿਕਲਦਾ ਜਾ ਰਿਹਾ, ਕਿਉਂਕਿ ਪੁਰਾਤਨ ਬਹੁਤ ਬਿਲਡਿੰਗ ਹੋਣ ਕਰਕੇ ਲਗਾਤਾਰ ਮੀਂਹ ਕਣੀਆਂ ਤੋਂ ਬਾਅਦ ਉਹ ਹਰੇਵਾਈ ਵੀ ਜੰਮ ਚੁੱਕੀ ਆ। ਔਰ ਇਹ ਜਿਹੜੀ ਸਾਈਡ ਆ ਇਹ ਕਾਫੀ ਤੌਰ ਤੇ ਜਿਹੜੀ ਇਹਨੂੰ ਮੁੜ ਤੋਂ ਤਿਆਰ ਵੀ ਕੀਤਾ ਗਿਆ, ਔਰ ਕਾਫੀ ਤੌਰ ਤੇ ਵਿੱਚੋਂ ਉਹ ਪੁਰਾਤਨ ਵੀ ਹੈਗੀ ਆ। ਜਿਸ ਤਰ੍ਹਾਂ ਅੱਜ ਕੱਲ੍ਹ ਅਸੀਂ ਪਲਸਤਰ ਕਰਦੇ ਹਾਂ ਤਾਂ ਉਹ ਪਲਸਤਰ ਦੀ ਜਗ੍ਹਾ ਤੇ ਜਿਹੜਾ ਉਹ ਜਿਹੜਾ ਸ਼ਾਇਦ ਟੀਪ ਜਾਂ ਉਸ ਵਕਤ ਕੀ ਇਹਨੂੰ ਸ਼ਬਦ ਵਰਤੇ ਹੋਣਗੇ, ਉਹ ਜਿਹੜਾ ਕਿ ਇੱਥੇ ਵੀ ਚੂਨਾ ਵਗੈਰਾ ਜਿਹੜਾ ਭਰ ਕੇ ਉਹ ਬਰੀਕ ਬਜਰੀ ਔਰ
उस वक्त ਜਿਹੜਾ ਚੂਨਾ ਬਣਾਇਆ ਜਾਂਦਾ ਸੀ ਉਹਦੇ ਨਾਲ ਇਹਨੂੰ ਪਲਸਤਰ ਜਿਹੜਾ ਕੀਤਾ ਹੋਇਆ। ਔਰ ਉੱਚੀ ਬਿਲਡਿੰਗ ਜਿਹੜੀ ਇਹਦਾ ਜਦੋਂ ਅਸੀਂ ਬਰਾਬਰ ਤੇ ਵੀ ਖਲੋ ਕੇ ਦੇਖਦੇ ਤਾਂ ਇਹਦਾ ਝੁਕਾਅ ਜਿਹੜਾ ਹੈਗਾ ਪਰੇ ਨੂੰ, ਜਿੱਦਾਂ ਥੋੜੀ ਜੀ ਇਮਾਰਤ ਟੇਢੀ ਹੋ ਚੁੱਕੀ ਹੈ ਕਿਉਂਕਿ ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਉਹ ਥੋੜਾ ਅਸੀਂ ਬਰਾਬਰ ਤੇ ਖਲੋ ਕੇ ਜਦੋਂ ਦੇਖਦੇ ਤਾਂ ਮਹਿਸੂਸ ਹੁੰਦਾ। ਪਰ ਉੱਚੀ ਇਮਾਰਤ ਵਿੱਚੋਂ ਕਿਤੇ ਕਿਤੇ ਉਹ ਪੁਰਾਤਨ ਦੇਖਿਆ ਔਰ ਕਿਤੇ ਕਿਤੇ ਜਿਹੜਾ ਮੁੜ ਤੋਂ ਉਹਨੂੰ ਲੋਹੇ ਦੇ ਯੰਤਰ ਲਾ ਕੇ ਉਹਨੂੰ ਟੁੱਟਣ ਤੋਂ ਬਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਆ, ਪਰ ਉਹ ਕਾਮਯਾਬ ਜਿਹੜੀ ਆ ਉਹ ਨਹੀਂ ਹੋਈ। ਔਰ ਥੱਲੇ ਜਿਹੜਾ ਕਿ ਇੱਕ ਹੋਰ ਤੁਸੀਂ ਇਹਨਾਂ ਹਿੱਸਾ ਦੇਖ ਸਕਦੇ ਹੋ, ਇਹ ਸਾਨੂੰ ਵੀ ਨਹੀਂ ਜਿਹੜਾ ਪੁੱਛਣ ਤੋਂ ਬਾਵਜੂਦ ਵੀ ਨਹੀਂ ਸਮਝ ਲੱਗਾ ਵੀ ਕੀ ਇਹਦੇ ਹੇਠਾਂ ਕੀ ਕੋਈ ਭੋਰਾ ਜਾਂ ਕੋਈ ਥੱਲੇ ਕੋਈ ਗੁਪਤ ਕਮਰੇ ਹੋਣਗੇ ਜਾਂ ਗੁਪਤ ਦੁਆਰ ਹੋਣਗੇ, ਆਖਿਰ ਇਹ ਕੀ ਆ। ਇਹ ਵੀ ਜਿਹੜਾ ਤੁਸੀਂ ਦੇਖ ਸਕਦੇ ਹੋ ਚੌੜੀਆਂ ਚੌੜੀਆਂ ਜਿਹੜੀਆਂ ਕੰਧਾਂ ਉਹ ਲਗਭਗ 4-4 ਫੁੱਟ ਤੱਕ 3-3 ਫੁੱਟ ਤੱਕ ਜਿਹੜੀਆਂ ਚੌੜੀਆਂ ਉਹ ਕੰਧਾਂ ਇਸ ਇਮਾਰਤ ਦੀਆਂ ਉਹ ਥੱਲੋਂ ਸ਼ੁਰੂ ਹੁੰਦੀਆਂ ਔਰ ਉੱਪਰ ਜਾਂਦੀ ਜਾਂਦੀ ਜਿਹੜੀ ਆ ਇਮਾਰਤ ਉਹ ਪਤਲੀ ਹੁੰਦੀ ਜਾਂਦੀ ਆ। 2-2 ਜਾਂ 1-1 3-3 ਵਾਰ ਜਿਹੜੇ ਆ ਉਹ ਘਟਦੇ ਜਾਂਦੇ ਆ ਨਾਨਕਸ਼ਾਹੀ ਇੱਟਾਂ ਦੇ। ਬਾਹਰਲੀ ਸਾਈਡ ਤੋਂ ਤੁਸੀਂ ਜ਼ਰੂਰ ਦੇਖ ਲਓ। ਔਰ ਇਹ ਜਿਹੜੇ ਵਾਧਰੇ ਵਧੇ ਹੋਏ ਆ ਕੈਮਰੇ ਦੇ ਵਿੱਚ ਦੇਖੋ ਜੀ, ਜਿਹੜੇ ਵਾਧਰੇ ਵਧੇ ਹੋਏ ਆ ਉਹ ਪਹਿਲੀ ਜਿਹੜੇ ਕਿ ਇਹ ਕਮਰੇ ਜਿਹੜੇ ਸੀ ਤੁਹਾਨੂੰ ਅੰਦਰੋਂ ਹੁਣੇ ਦਿਖਾਏ ਸੀ ਜਿਨ੍ਹਾਂ ਦੀਆਂ ਛੱਤਾਂ ਡਿੱਗੀਆਂ ਹੋਈਆਂ ਉਹਨਾਂ ਦੇ ਵਾਧਰੇ ਵਧੇ ਆ। ਔਰ ਇਹ ਅੱਗੋਂ ਬਿਲਕੁਲ ਭੁਰ ਚੁੱਕੇ ਆ। ਬਹੁਤ ਸੋਹਣੀ ਬੇਸ਼ੱਕ ਉਹ ਡਿਜ਼ਾਈਨਿੰਗ ਹੋਏਗੀ ਜਿੱਦਾਂ ਅਸੀਂ ਪੁਰਾਤਨ ਜਿਹੜੇ ਕੋਈ ਕਿਲੇ ਜਾਂ ਕੋਈ ਪੁਰਾਤਨ ਇਮਾਰਤਾਂ ਦੇਖਦੇ ਆ ਤਾਂ ਇਹਦਾ ਬਹੁਤ ਸੋਹਣਾ ਸਬੂਤ ਆ। ਔਰ ਇੱਕ ਜਿਹੜਾ ਫਰਕ ਉਹ ਤੁਸੀਂ ਇੱਥੇ ਦੇਖ ਸਕੋ ਕਿ ਨਵਾਂ ਤੋਂ ਪੁਰਾਣਾ ਫਰਕ ਕੀ ਹੈ। ਇਹ ਦੋ ਚੀਜ਼ਾਂ ਇਹ ਕੈਮਰੇ ਦੇ ਵਿੱਚ ਦਿਖਾਓ ਜੀ। ਇਹ ਜਿਹੜਾ ਮੁੜ ਤੋਂ ਤਿਆਰ ਕੀਤਾ ਗਿਆ, ਜਿਹੜਾ ਜਿੱਦਾਂ ਅਸੀਂ ਦੱਸਿਆ ਵੀ ਸ਼੍ਰੋਮਣੀ ਕਮੇਟੀ ਕੋਲ ਇਹਦਾ ਪ੍ਰਬੰਧ ਆ ਕੁਛ ਨਾ ਕੁਛ ਜਿੰਨਾ ਕੁ ਵੀ ਉਹਨਾਂ ਨੇ ਕੀਤਾ, ਇਹ ਮੁੜ ਤੋਂ ਤਿਆਰ ਕੀਤਾ ਗਿਆ। ਨਵਾਂ ਚੂਨਾ ਮੁੜ ਤੋਂ ਸਾਫ਼ ਕਰਕੇ ਦੁਬਾਰੇ ਲਾਈਆਂ ਗਈਆਂ ਇੱਟਾਂ। ਔਰ ਇਹ ਪੁਰਾਤਨ ਆ, ਇਹ ਇੱਟਾਂ ਜਿਹੜੀਆਂ ਇਹਨਾਂ ਦੀ ਗੁਲਾਈ ਇਹ ਜਿਹੜੀਆਂ ਘਸੀਆਂ ਹੋਈਆਂ ਨੇ, ਇਹਨਾਂ ਦਾ ਚੂਨਾ ਵੀ ਜਿਹੜਾ ਉਹ ਕੋਈ ਇੱਕ 300-400 ਸਾਲ ਪੁਰਾਣੀ ਚੀਜ਼ ਹੈ, ਇੱਕ ਕੋਈ 2-4-5 ਸਾਲ ਪਹਿਲਾਂ ਇਹ 'ਤੇ ਕੰਮ ਕੀਤਾ ਗਿਆ। ਇਹ ਜਿਹੜਾ ਫਰਕ ਉਹ ਹੈਗਾ ਇਹ ਪੁਰਾਤਨ ਜਿਹੜਾ ਬੁਰਜੀ ਦਾ ਉਹ ਜਿਹੜਾ ਕਿ ਹਿੱਸਾ ਹੈਗਾ ਬਿਲਡਿੰਗ ਦੇ ਸੀ ਬਾਹਰਲੇ ਪਾਸੇ ਖੱਬੇ ਪਾਸੇ ਖਲੋਤੇ। ਔਰ ਇਹ ਮੁੜ ਤੋਂ ਜਿਹੜਾ ਨਵਾਂ ਕੀਤਾ ਗਿਆ ਕੰਮ ਆ। ਇਸ ਵਕਤ ਅਸੀਂ ਇਸ ਹਵੇਲੀ ਦੇ ਮਗਰਲੇ ਖੱਬੇ ਵਾਲੇ ਪਾਸੇ ਜਿਹੜਾ ਖੱਬੀ ਗੁੱਠ ਤੇ ਜਿਹੜਾ ਮੌਜੂਦ ਆ, ਤਾਂ ਇਧਰ ਸਾਈਡ ਤੇ ਵੀ ਉਹੀ ਹਾਲਾਤ ਹੈ ਜਿਸ ਜਗ੍ਹਾ ਤੇ ਮੈਂ ਖਲੋਤਾ। ਬੇਸ਼ੱਕ ਇਹ ਜਗ੍ਹਾ ਨੀਵੀਆਂ ਸਾਈਡਾਂ ਤੇ ਬੁਰਜੀਆਂ ਜਿਹੜੀਆਂ ਬਣੀਆਂ ਹੋਈਆਂ ਔਰ ਇਹਨਾਂ ਬੁਰਜੀਆਂ ਦੇ ਉੱਤੇ ਅੰਦਾਜ਼ਾ ਇਹ ਲਾਇਆ ਜਾਂਦਾ ਵੀ ਇੱਧਰ ਵੀ ਉੱਚੀਆਂ ਬੁਰਜੀਆਂ ਜਾ ਕੇ ਇੱਕ ਛੱਤ ਹੋਏਗੀ ਕਿਉਂਕਿ ਇਹ ਕੌਲਾ ਜਿਹੜਾ ਇਸ ਗੱਲ ਦਾ ਸਬੂਤ ਆ। ਔਰ ਇਹ ਬਿਲਕੁਲ ਬੁਰੀ ਤਰ੍ਹਾਂ ਉਹ ਮਤਲਬ ਢਹਿ ਹੀ ਚੁੱਕਿਆ, ਉਹ ਕੁਛ ਵੀ ਉਹਦੇ ਜਿਹੜਾ ਪੱਲੇ ਬਚਿਆ ਨਹੀਂਗਾ। ਔਰ ਇੱਧਰਲੀ ਸਾਈਡ ਤੇ ਜਿਹੜੀ ਇੱਧਰਲੀ ਕੰਧ ਆ ਉਹ ਅਜੇ ਠੀਕ ਪਈ ਆ, ਪਰ ਛੱਤ ਦੀਆਂ ਜਿਹੜੀਆਂ ਉਹ ਨਿਸ਼ਾਨੀਆਂ ਹੈਗੀਆਂ ਵੀ ਇੱਥੋਂ ਛੱਤ ਜਿਹੜੀ ਆ ਉਹ ਡਿੱਗੀ ਹੈ, ਜਿਹੜੀ ਲੰਬਾ ਸਮਾਂ ਸੰਭਾਲ ਨਾ ਹੋਣ ਕਾਰਨ ਇਹ ਪਹਿਲੀ ਛੱਤ ਜਿਹੜੀ ਉਹ ਡਿੱਗ ਚੁੱਕੀ ਆ। ਔਰ ਮਗਰ ਜਿਹੜੀ ਉਹ ਵੱਡੀ ਬਿਲਡਿੰਗ ਜਿਹੜੀ ਉਹ ਹਵੇਲੀ ਦੀ ਉਹ ਉਸੇ ਤਰ੍ਹਾਂ ਹੀ ਅਜੇ ਹੂ ਬਹੂ ਮੌਜੂਦ ਆ। ਔਰ ਅਸੀਂ ਇਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਦਿਖਾਵਾਂਗੇ ਇੱਧਰਲੀ ਸਾਈਡ ਤੋਂ ਮਗਰਲੇ ਪਾਸੇ ਦੀ ਜਿਹੜਾ ਕਿ ਇੱਕ ਗੁਪਤ ਦੁਆਰ ਜਾਂਦਾ। ਅਸੀਂ ਮਗਰਲੇ ਪਾਸੇ ਆ, ਇੱਕ ਅੰਦਰ ਨੂੰ ਜਿਹੜਾ ਭੀੜੀ ਜਿਹੀ ਗਲੀ ਜਿਹੜੀ ਆ ਉਹ ਭੀੜਾ ਜਿਹਾ ਰਸਤਾ ਗੁਪਤ ਦੁਆਰ ਜਾਂਦਾ। ਅੱਗੇ ਜਾ ਕੇ ਉਹ ਕਿਸ ਤਰੀਕੇ ਦੇ ਹਵੇਲੀ ਦਾ ਹਿੱਸਾ ਹੋਏਗਾ ਔਰ ਇਹ ਵੀ ਬੜੀ ਵੱਡੀ ਗੱਲ ਆ। ਅਸੀਂ ਤੁਹਾਨੂੰ ਹੁਣ ਉਹ ਦਿਖਾਉਣੇ ਆ, ਆਜੋ ਜੀ। ਮਗਰਲੇ ਪਾਸੇ ਬਿਲਕੁਲ ਪਿਛਲੇ ਪਾਸੇ ਜਿਹੜਾ ਕਿ ਇਹ ਕਮਰੇ ਦੇ ਤਰੀਕੇ ਦੇ ਨਾਲ ਕੁਝ ਬਿਲਡਿੰਗ ਬਣੀ ਹੋਈ ਹੈ। ਉੱਪਰ ਨੂੰ ਦੇਖੋ ਇੱਕ ਛੱਤ ਦੇ ਵਿੱਚ ਗੋਲ ਗੋਲ ਜਿਹੜਾ ਉਹ ਮੋਰਾ ਛੱਡਿਆ ਗਿਆ, ਸ਼ਾਇਦ ਉਹ ਹਵਾ ਲਈ ਛੱਡਿਆ ਗਿਆ ਜਾਂ ਪਾਣੀ ਲਈ ਛੱਡਿਆ ਗਿਆ। ਕਿਸ ਵਕਤ ਦਾ ਇਹ ਜਿਹੜਾ ਕਿ ਤਰੀਕਾ ਉਸ ਵਕਤ ਪੁਰਾਣੀਆਂ ਜਿਹੜੀਆਂ ਕਿ ਬਿਲਡਿੰਗਾਂ ਦੇ ਵਿੱਚ ਪੁਰਾਣੀਆਂ ਇਮਾਰਤਾਂ ਦੇ ਵਿੱਚ ਸੀਗਾ। ਇਹ ਜਿਹੜੀ ਸਾਈਡ ਹੈ ਇਹਨੂੰ ਬਿਲਕੁਲ ਜਿਹੜਾ ਕਿ ਮੁੜ ਤੋਂ ਤਿਆਰ ਕਰਨ ਦੀ ਜਿਹੜੀ ਕੋਸ਼ਿਸ਼ ਉਹ ਕੀਤੀ ਜਾ ਚੁੱਕੀ ਹੈ। ਇਹ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਸ ਚੀਜ਼ ਦਾ ਸਬੂਤ ਜਿਹੜਾ ਉਹ ਇਹ ਸਰੀਏ ਔਰ ਇਹ ਨਵਾਂ ਚੂਨਾ ਜਿਹੜਾ ਲਾਇਆ ਗਿਆ ਇਹ ਹੈਗਾ ਚੂਨਾ ਜਿਹੜਾ ਕਿ ਬਿਲਕੁਲ ਇੱਥੇ ਨਵਾਂ ਵਰਤਿਆ ਹੋਇਆ, ਉਹ ਜਿਹੜਾ ਬਿਲਕੁਲ ਤੁਸੀਂ ਵੀਡੀਓ ਦੇ ਵਿੱਚ ਉਹ ਦੇਖ ਸਕਦੇ ਹੋ। ਔਰ ਇੱਟਾਂ ਜਿਹੜੀਆਂ ਉਹੀ ਪੁਰਾਣੀਆਂ ਨਾਨਕਸ਼ਾਹੀ ਇੱਟਾਂ ਨੂੰ ਇੱਥੇ ਮੁੜ ਤੋਂ ਵਰਤਿਆ ਗਿਆ, ਪਰ ਪੁਰਾਣਾ ਜਿਹੜਾ ਕਿਤੇ ਨਾ ਕਿਤੇ ਹਿੱਸਾ ਜਿਹੜਾ ਉਹ ਠੀਕ ਹੋਏਗਾ ਉਹਨੂੰ ਰੱਖਿਆ ਵੀ ਗਿਆ। ਇਹ ਦੇਖੋ ਇਹ ਪਲਸਤਰ ਜਿਹੜਾ
ਕੀਤਾ ਗਿਆ ਚੂਨਾ ਵਗੈਰਾ ਦਾ, ਉਹ ਉਸੇ ਤਰ੍ਹਾਂ ਹੀ ਹੈ ਇਹ ਜਿਹੜਾ ਪਲਸਤਰ। ਔਰ ਨਾਲ ਜਿਹੜੀਆਂ ਇਹ ਨਵੀਆਂ ਜਿਹੜਾ ਕਿ ਮੁੜ ਤੋਂ ਇਮਾਰਤ ਨੂੰ ਥੋੜ੍ਹਾ ਤਿਆਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ। ਹੁਣ ਅਸੀਂ ਅੱਗੇ ਵੀ ਲੈ ਚੱਲਦੇ ਹਾਂ ਮਗਰਲੇ ਪਾਸਿਓਂ, ਜਿਹੜੇ ਕੁਛ ਕਮਰੇ ਜਾਂ ਜਿਹੜਾ ਏਰੀਆ ਇਸ ਬਿਲਡਿੰਗ ਦਾ ਮਗਰਲੇ ਪਾਸਿਓਂ ਹੈਗਾ ਪੁਰਾਤਨ, ਬਹੁਤ ਜਿਹੜਾ ਕਿ ਠੰਡਕ ਵੀ ਹੈਗੀ ਹੈ ਇੱਥੇ, ਕਿਉਂਕਿ ਪੁਰਾਣੀਆਂ ਬਿਲਡਿੰਗਾਂ ਉੱਪਰ 3-4 ਮੰਜ਼ਿਲ ਉੱਪਰ ਹੈ, ਔਰ ਜਿਹੜਾ ਇਹ ਚੂਨਾ ਹੁੰਦਾ ਇਹ ਠੰਡਾ ਹੁੰਦਾ। ਜਿੱਦਾਂ ਅੱਜ ਕੱਲ੍ਹ ਅਸੀਂ ਇਮਾਰਤਾਂ ਦੇ ਵਿੱਚ ਵੜਦੇ ਹਾਂ ਔਰ ਉਹ ਉੱਥੇ ਬੜਾ ਤਾ ਮਾਰਦਾ ਹੁੰਦਾ, ਪਰ ਇਹ ਜਿਹੜੀ ਠੰਡਕ ਵਾਲੀ ਜਿਹੜੀ ਇਮਾਰਤ ਹੈਗੀ ਹੈ। ਹਵੇਲੀ ਦੇ ਅਸੀਂ ਇਸ ਵਕਤ ਪਿਛਲੇ ਪਾਸੇ ਸੱਜੀ ਗੁੱਟ ਤੇ ਜਿਹੜਾ ਉਹ ਮੌਜੂਦ ਆ, ਕਿਉਂਕਿ ਗੁੱਠਾਂ ਜਿਹੜੀਆਂ ਕੁਛ ਉਹ ਠੀਕ ਹੈ, ਕੁਛ ਢਹਿ ਚੁੱਕੀਆਂ ਨੇ। ਔਰ ਇੱਧਰਲੇ ਪਾਸੇ ਵੀ ਇਹ ਪੁਰਾਣੀ ਬਿਲਡਿੰਗ ਦਾ ਹਿੱਸਾ ਜਿਹੜਾ ਉਹ ਢਹਿ ਚੁੱਕਿਆ, ਔਰ ਇੱਟਾਂ ਜਿਹੜੀਆਂ ਉਹ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਉਹ ਨੁੱਕਰਾਂ ਬਾਹਰ ਨੂੰ ਨਿਕਲੀਆਂ ਹੋਈਆਂ, ਕਿ ਜਦੋਂ ਮੀਂਹ ਪੈਂਦਾ ਜਾਂ ਹਨੇਰੀ ਆਉਂਦੀ ਆ ਉਹ ਇਹ ਚੀਜ਼ ਜਿਹੜੀ ਆ ਉਹ ਚੂਨਾ ਹੌਲੀ ਹੌਲੀ ਭੁਰ ਕੇ ਉਹ ਬਾਹਰ ਵੀ ਹੁੰਦਾ ਜਾ ਰਿਹਾ, ਕਿਉਂਕਿ ਉਸ ਤੋਂ 350 ਸਾਲ ਤੋਂ ਵੱਧ ਪੁਰਾਤਨ ਜਿਹੜੀ ਇਹ ਇਮਾਰਤ ਆ। ਔਰ ਇਹ ਇੱਟਾਂ ਜਿਹੜੀਆਂ ਨਾਨਕਸ਼ਾਹੀ ਇੱਟਾਂ ਜਿਹੜੀਆਂ ਇਹ ਤੁਸੀਂ ਦੇਖ ਸਕਦੇ ਹੋ, ਬਿਲਕੁਲ ਇੱਕ ਸਾਈਡ ਜਿਹੜੀ ਉਹ ਭੁਰਦੀ ਜਾ ਰਹੀ ਹੈ, ਬਿਲਕੁਲ ਦਿਨੋਂ ਦਿਨ ਹੀ ਭੁਰਦੀ ਜਾ ਰਹੀ ਆ। ਔਰ ਇਹ ਮਗਰਲਾ ਪਾਸਾ ਪਿੱਛੇ ਇੱਕ ਛੋਟੀ ਜਿਹੀ ਜਿਸ ਤਰ੍ਹਾਂ ਇੱਕ ਕੋਠੜੀ ਹੁੰਦੀ ਆ, ਉਹ ਗੁੱਠ ਤੇ ਜਿਹੜੀ ਕੋਠੜੀ ਬਣੀ ਹੋਈ ਆ। ਔਰ ਇਹ ਮਗਰਲਾ ਪਾਸਾ ਜਿਹੜਾ ਉੱਪਰੋਂ ਬਿਲਡਿੰਗ ਜਿਹੜੀ ਕੁਛ ਨਾ ਕੁਛ ਉਹ ਤਿਆਰ ਕੀਤੀ ਗਈ ਆ। ਔਰ ਜਿਹੜਾ ਕਿ ਬਹੁਤ ਜਿਹੜਾ ਇਸ ਇਮਾਰਤ ਦੀ ਸੰਭਾਲ ਕਰਨ ਦੀ ਜ਼ਰੂਰਤ ਬਣਦੀ, ਜਿਹੜੀ ਕਿ ਇਮਾਰਤ ਦੀ ਸੰਭਾਲ ਉਹ ਨਹੀਂ ਕੀਤੀ ਗਈ। ਬਹੁਤ ਸਿੱਖ ਕੌਮ ਦੇ ਵਿੱਚ ਇਸ ਇਮਾਰਤ ਦਾ ਜਿਹੜਾ ਕਿ ਹੋਣਾ ਉਹ ਬਹੁਤ ਅਹਿਮ ਹੈ, ਪਰ ਇਹਦੀ ਸੰਭਾਲ ਨਾ ਹੋਣਾ ਉਹ ਬਹੁਤ ਜਿਹੜਾ ਕਿ ਉਹ ਮਾੜੀ ਗੱਲ ਵੀ ਕਹੀ ਜਾ ਸਕਦੀ ਹੈ। ਦੀਵਾਨ ਟੋਡਰਮਲ ਦੀ ਹਵੇਲੀ ਜਿਹੜੀ ਕਿ ਅਸੀਂ ਤੁਹਾਨੂੰ ਪੂਰੀ ਤਰ੍ਹਾਂ ਅੰਦਰੋਂ ਔਰ ਬਾਹਰੋਂ ਦਰਸ਼ਨ ਕਰਵਾਏ ਕਿ ਇਹਦੀ ਹਾਲਤ ਜਿਹੜੀ ਉਹ ਕਿਸ ਤਰ੍ਹਾਂ ਦੀ ਹੈ। ਤਾਂ ਰਣਜੀਤ ਨਗਾਰਾ ਸੰਸਥਾ ਜਿਹੜੀ ਕਿ ਨਾਨ ਪ੍ਰੋਫਿਟ ਜਿਹੜੀ ਸੰਸਥਾ ਕੈਲੀਫੋਰਨੀਆ USA ਦੀ, ਉਹ ਚਾਹੁੰਦੀ ਹੈ ਇਸ ਇਮਾਰਤ ਦੀ ਸੰਭਾਲ ਕੀਤੀ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਰਾਬਤਾ ਕੀਤਾ ਜਾਵੇਗਾ, ਮਨਜ਼ੂਰੀ ਲੈਣ ਦੀ ਕੋਸ਼ਿਸ਼ ਕੀਤੀ ਜਾਏਗੀ। ਜੇ ਮਨਜ਼ੂਰੀ ਮਿਲ ਜਾਂਦੀ ਆ ਤਾਂ ਇਸ ਇਮਾਰਤ ਦੀ ਜਿਹੜੀ ਸਾਂਭ ਸੰਭਾਲ ਉਹ ਰਣਜੀਤ ਨਗਾਰਾ ਸੰਸਥਾ ਕਰੇਗੀ। ਰਣਜੀਤ ਨਗਾਰਾ ਦੇ ਜਿਹੜੇ ਸੰਪਰਕ ਨੰਬਰ, ਈਮੇਲ ID, ਪਤਾ ਜਿਹੜਾ ਉਹ ਅਸੀਂ ਤੁਹਾਨੂੰ ਦੱਸ ਰਹੇ ਹਾਂ। ਜਾਣਕਾਰੀ ਦੇ ਲਈ ਤੁਸੀਂ ਸੰਪਰਕ ਵੀ ਕਰ ਸਕਦੇ ਹੋ। ਕੁਝ ਹਿੱਸਾ ਜਿਹੜਾ ਕਿ ਇਸ ਇਮਾਰਤ ਦਾ ਅਜੇ ਬਚਿਆ, ਜਿਹਨੂੰ ਅਸੀਂ ਸਾਂਭ ਸਕਦੇ ਹਾਂ ਆਉਣ ਵਾਲੀ ਪੀੜ੍ਹੀ ਦੇ ਲਈ, ਆਉਣ ਵਾਲੀਆਂ ਜਿਹੜਾ ਕਿ ਨਸਲਾਂ ਦੇ ਲਈ। ਅਸੀਂ ਦੱਸੀਏ ਕਿ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਦੇ ਪਰਿਵਾਰ ਦੇ ਵਿੱਚ ਹਾਂ ਦਾ ਨਾਰਾ ਮਾਰਿਆ, ਬੇਸ਼ੱਕ ਉਹ ਮੋਤੀ ਰਾਮ ਜੀ ਮਹਿਰਾ ਹੋਣ, ਬੇਸ਼ੱਕ ਉਹ ਜਿਹੜਾ ਕਿ ਦੀਵਾਨ ਟੋਡਰਮਲ ਜੀ ਹੋਣ ਜਾਂ ਹੋਰ ਗੁਰੂ ਕੇ ਪਿਆਰ ਵਾਲੇ ਹੋਣ, ਜਿਨ੍ਹਾਂ ਦੇ ਪਰਿਵਾਰਾਂ ਨੂੰ ਕੋਲੂਆਂ ਦੇ ਵਿੱਚ ਪੀੜ ਦਿੱਤਾ, ਜਿਨ੍ਹਾਂ ਨੂੰ ਜਿਉਂਦਿਆਂ ਨੂੰ ਸਾੜ ਵੀ ਦਿੱਤਾ, ਜਿਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਗਈਆਂ, ਔਰ ਉਹਨਾਂ ਦੇ ਜਿਹੜੇ ਕੁਛ ਯਾਦਗਾਰੀ ਅਸਥਾਨ ਉਹਨਾਂ ਨੂੰ ਅਸੀਂ ਸਾਂਭਣਾ ਸਾਡਾ ਫਰਜ਼ ਬਣਦਾ। ਦੀਵਾਨ ਟੋਡਰਮਲ ਜੀ ਦੀ ਹਵੇਲੀ ਦੀ ਜਿਹੜੀ ਹਾਲਤ ਉਹ ਤੁਸੀਂ ਦੇਖ ਸਕਦੇ ਹੋ। ਅੱਜ ਇਹ ਗੱਲ ਅਫਸੋਸ ਨਾਲ ਵੀ ਕਹਿਣੀ ਪੈ ਰਹੀ ਹੈ ਕਿ ਦੁਨੀਆ ਦੇ ਵਿੱਚ ਸਭ ਤੋਂ ਮਾਣ ਕਰਨ ਵਾਲਾ ਜਿਹੜਾ ਕਿ ਸਿੱਖ ਕੌਮ ਦਾ ਜਿਹੜਾ ਪੰਥ ਦਾ ਜਿਹੜਾ ਕਿ ਉਹ ਰੁਤਬਾ, ਰੋਜ਼ਾਨਾ ਸਿੱਖ ਇਤਿਹਾਸ ਦੇ ਵਿੱਚ ਕਿਸੇ ਨਾ ਕਿਸੇ ਯੋਧੇ ਦਾ ਸ਼ਹੀਦੀ ਦਿਹਾੜਾ ਹੁੰਦਾ, ਕਿਸੇ ਨਾ ਕਿਸੇ ਯੋਧੇ ਦੀ ਜਿਹੜੀ ਕਿ ਸੂਰਮਤਾਈ ਦੀ ਬਾਤ ਹੁੰਦੀ ਆ। ਅੱਜ ਦੀ ਤਰੀਕ ਦੇ ਵਿੱਚ ਵੀ ਕਿਸੇ ਨਾ ਕਿਸੇ ਸ਼ਹੀਦੀ ਦਾ ਜਿਹੜਾ ਉਹ
दिन होएगा, पर सिख कौम का फर्ज सी इन्हां अस्थानां नूं साਂਭਣਾ, उन्हां गुरधामां नूं साਂਭਣਾ, उन्हां इमारतां नूं हूबहू उसे तरह ही साਂਭਣਾ जिंदे विच कि ढिल रही आ। पर रणजीत नगारा संस्था इस कारज दे विच अपनी पहलकदमी कर चुकी है। होईयां भुल्लां चुकां दी खिमा। वाहिगुरू जी का खालसा, वाहिगुरू जी की फतेह।